ਵਾਹਿਗੁਰੂ ਸਾਹਿਬ ਜੀ। ਵੈਸਾਖ ਧੀਰਨ ਕਿਉ ਵਾਢੀਆ, ਜਿਨਾ ਪ੍ਰੇਮ ਵਿਸ਼ੋਹ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋਹ। ਪੁੱਤਰ ਕਲੱਤਰ ਨਾ ਸੰਗ ਧਨਾ, ਹਰ ਅਵਿਨਾਸੀ ਓਹੋ। ਪਲਚ ਪਲਚ ਸਗਲੀ ਮੋਈ, ਝੂਠੈ ਧੰਦੈ ਮੋਹ। ਇਕਸ ਹਰਿ ਕੇ ਨਾਮ ਬਿਨ, ਅੱਗੇ ਲਈਐ ਕੋਹੇ। ਦਈਓ ਵਿਸਾਰ ਵਿਗੁਚਨਾ, ਪ੍ਰਭ ਬਿਨ ਅਵਰ ਨਾ ਕੋਏ। ਪ੍ਰੀਤਮ ਚਰਣੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲਹੁ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਹਰ ਜਾ ਸੰਤ ਭੇਟੈ ਹਰ ਸੋਏ। ਵੈਸਾਖ ਧੀਰਨ ਕਿਉ ਵਾਢੀਆ, ਜਿਨਾ ਪ੍ਰੇਮ ਵਿਸ਼ੋਹ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਏਮਾਨ ਬਹੁਤ ਹੀ ਵਡਭਾਗੇ ਸਤਸੰਗੀ ਜਨੋ, ਬਹੁਤ ਹੀ ਵੱਡੇ ਭਾਗ ਨੇ ਆਪ ਜੀ ਦੇ, ਜੋ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਤਪੋ ਅਸਥਾਨਾਂ 'ਤੇ ਵੈਸਾਖ ਮਹੀਨੇ ਦੀ ਸੰਗਰਾਂਦ ਦੇ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਤਪੋ ਸਥਾਨਾਂ 'ਤੇ ਹਾਜ਼ਰੀਆਂ ਭਰ ਕੇ ਇਲਾਹੀ ਗੁਰਬਾਣੀਆਂ, ਪੰਜਾਂ ਬਾਣੀਆਂ ਦੇ ਨਿਤਨੇਮ ਆਪ ਜੀ ਸਰਵਣ ਕਰ ਰਹੇ ਸੀ। ਆਓ ਹੁਣ ਕੁਝ ਸਮਾਂ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਇਸ ਮਹੀਨੇ ਦੀ ਪ੍ਰਥਾਏ ਕੀ ਸਿੱਖਿਆ ਦਿੰਦੇ ਨੇ। ਆਓ ਸਤਿਗੁਰਾਂ ਦੇ ਚਰਨਾਂ 'ਚ ਧਿਆਨ ਨੂੰ ਜੋੜੀਏ, ਮਨ ਬਿਰਤੀਆਂ ਨੂੰ ਕਰੀਏ ਇਕਾਗਰ ਅਤੇ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵੈਸਾਖ ਧੀਰਨ ਕਿਉ ਵਾਢੀਆ, ਜਿਨਾ ਪ੍ਰੇਮ ਵਿਸ਼ੋਹ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਹੈ। ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਨੇ ਕਿ ਮਨੁੱਖ ਚਾਹੁੰਦਾ ਹੈ ਕਿ ਜੇ ਵੈਸਾਖ ਦਾ ਮਹੀਨਾ ਆਵੇ ਤਾਂ ਇਹ ਮਹੀਨਾ ਮੇਰੇ ਲਈ ਸੁਹਾਵਣਾ ਹੋਵੇ। ਹਰ ਇੱਕ ਮਨੁੱਖ ਦੀ ਇੱਛਾ ਹੈ ਕਿ ਜਿਵੇਂ ਵੈਸਾਖ ਦਾ ਮਹੀਨਾ ਆਇਆ ਹੈ ਤਾਂ ਇਹ ਸੁਹਾਵਣਾ ਬਤੀਤ ਹੋਵੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਵਿਸਾਖ ਦੇ ਵਿੱਚ ਸਰਦੀ ਵੀ ਚਲੀ ਗਈ, ਗਰਮੀ ਦੀ ਅਜੇ ਆਮਦ ਹੋਈ,
ਤੂੰ ਵਿਸਾਖ ਦੇ ਮਹੀਨੇ ਨੂੰ ਸਰੀਰਕ ਤੌਰ ਤੇ ਕਹੇਗਾ ਕਿ ਹਰ ਪਾਸੇ ਹਰਿਆਵਲ ਹੈ, ਇਹ ਮੇਰੇ ਅੰਦਰ ਨੂੰ ਸੁੱਖ ਦਿੰਦੀ ਹੈ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਕਦੀ ਉਹਨਾਂ ਜੀਵ ਇਸਤਰੀਆਂ ਨੂੰ ਪੁੱਛ ਕੇ ਵੇਖ ਜਿਨ੍ਹਾਂ ਦੇ ਅੰਦਰ ਵਿਸਾਖ ਦੇ ਮਹੀਨੇ ਦੇ ਵਿੱਚ ਪਰਮਾਤਮਾ ਦੇ ਲਈ ਪਿਆਰ ਨਹੀਂ, ਜਿਨ੍ਹਾਂ ਦੇ ਹਿਰਦੇ ਪਿਆਰ ਤੋਂ ਸੁੰਝੇ ਨੇ। ਮਹਾਰਾਜ ਕਹਿੰਦੇ ਨੇ ਉਹਨਾਂ ਦੇ ਅੰਦਰ ਵਿਸਾਖ ਦੇ ਮਹੀਨੇ ਦੇ ਵਿੱਚ ਵੀ ਧੀਰਜ ਨਹੀਂ ਆਇਆ। ਵਿਸਾਖ ਧੀਰਨ ਕਿਉਂ ਵਾਢੀਆ। ਸਾਹਿਬ ਕਹਿੰਦੇ ਨੇ ਵਿਸਾਖ ਦੇ ਮਹੀਨੇ ਵਿੱਚ ਉਹਨਾਂ ਨੂੰ ਧੀਰਜ ਕਿਵੇਂ ਆਵੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਅਣਹੋਦ ਹੈ, ਜਿਨ੍ਹਾਂ ਪ੍ਰੇਮ ਬੇਸ਼ੋਹ ਹੋ। ਉਹਨਾਂ ਦੇ ਅੰਦਰ ਇਸ ਕਰਕੇ ਉਹਨਾਂ ਦਾ ਅੰਦਰ ਇਸ ਕਰਕੇ ਭਟਕਦਾ ਏ ਕਿਉਂ? ਹਰ ਸਾਜਨ ਪੁਰਖ ਵਿਸਾਰਕ ਹੈ। ਵਿਸਾਖ ਦੇ ਮਹੀਨੇ ਵਿੱਚ ਸਤਿਗੁਰਾਂ ਨੂੰ ਭੁਲਾ ਦਿੱਤਾ, ਲੱਗੀ ਮਾਇਆ ਧੋ। ਉਹਨਾਂ ਦੇ ਅੰਦਰ ਕੇਵਲ ਮਾਇਆ ਦੀ ਖਿੱਚ ਹੈ। ਉਹ ਕਦੀ ਇਹ ਆਸ ਨਾ ਰੱਖੇ ਕਿ ਵਿਸਾਖ ਦੇ ਮਹੀਨੇ ਦੇ ਵਿੱਚ ਉਸ ਨੂੰ ਅੰਦਰ ਦਾ ਧੀਰਜ ਮਿਲ ਜਾਵੇਗਾ। ਸਾਹਿਬ ਕਹਿੰਦੇ ਨੇ ਜਿਨ੍ਹਾਂ ਵਿੱਚੋਂ ਤੂੰ ਧੀਰਜ ਚਾਹੁੰਦਾ ਏ, ਚਾਹੇ ਉਹ ਪੁੱਤਰ ਹੈ, ਚਾਹੇ ਇਸਤਰੀ ਹੈ, ਚਾਹੇ ਸੰਸਾਰ ਦੇ ਸਗੇ ਸੰਬੰਧੀ ਨੇ, ਧਿਆਨ ਰੱਖੀ ਕੇਵਲ ਕੁਝ ਸਮੇਂ ਤੱਕ ਹੀ ਉਹ ਤੇਰੇ ਨਾਲ ਚੱਲਣਗੇ। ਪਰ ਜਦੋਂ ਮਾਲਕ ਦੇ ਘਰ ਜਾਣਾ ਹੈ ਨਾ, ਤਾਂ ਉਹ ਘਰ ਦੇ ਵਿੱਚ ਮਾਲਕ ਦੇ ਨਾਮ ਤੋਂ ਬਿਨਾਂ ਸਭ ਕੁਝ ਤੇਰੇ ਲਈ ਵਿਅਰਥ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹਜ਼ੂਰ ਜੀ ਨੇ 3 ਸ਼ਬਦ ਇਕੱਠੇ ਦਰਜ ਕੀਤੇ ਨੇ। ਇੱਕ ਸੁਚੱਜੀ, ਇੱਕ ਕੁਚੱਜੀ ਤੇ ਇੱਕ ਗੁਣਵੰਤੀ। ਸੁਚੱਜੀ ਦਾ ਅਰਥ ਹੁੰਦਾ ਹੈ ਜਿਸ ਨੂੰ ਜੀਵਨ ਜਿਉਣ ਦਾ ਢੰਗ ਆ ਗਿਆ, ਜੀਵਨ ਜਿਉਣ ਦੀ ਜਾਂਚ ਆ ਗਈ। ਤੇ ਕੁਚੱਜੀ ਦਾ ਅਰਥ ਹੈ ਜਿਸ ਕੋਲ ਜੀਵਨ ਜਿਉਣ ਦਾ ਢੰਗ ਨਹੀਂ। ਗੁਣਵੰਤੀ ਦਾ ਅਰਥ ਹੈ ਜਿਹੜਾ ਗੁਣਾਂ ਦੇ ਨਾਲ ਭਰਪੂਰ ਹੈ। ਹਜ਼ੂਰ ਜੀ ਕਹਿੰਦੇ ਨੇ ਕਿ ਉਹ ਜੀਵ ਇਸਤਰੀ ਕੁਚੱਜੀ ਹੈ ਜਿਸ ਨੇ ਆਪਣੇ ਪਿਆਰੇ ਪਰਮੇਸ਼ਰ ਨੂੰ ਤਿਆਗ ਦਿੱਤਾ ਹੈ। ਹਿਰਦਾ ਉਸ ਦਾ ਪ੍ਰੇਮ ਤੋਂ ਬਿਨਾਂ ਸੁੰਝਾ ਹੈ। ਉਹ ਕੁਚੱਜੀ ਦੇ ਅੰਦਰ ਕਦੀ ਟਿਕਾ ਨਹੀਂ ਆਵੇਗਾ। ਸਾਹਿਬ ਕਹਿੰਦੇ ਨੇ ਕਿ ਹੇ ਮੇਰੇ ਮਾਲਕਾ, ਮੇਰੇ ਨਾਲੋਂ ਵੱਧ ਇਸ ਦੁਨੀਆ ਦੇ ਵਿੱਚ ਕੌਣ ਕੁਚੱਜਾ ਹੈ? ਪੁੱਛਿਆ ਕਿਉਂ? ਕਹਿੰਦੇ ਨੇ ਆਮ ਲੋਕਾਂ ਅੰਦਰ ਤਾਂ ਗੁਣ ਹੋਣਗੇ, ਆਮ ਲੋਕਾਂ ਦੇ ਅੰਦਰ ਤਾਂ ਗੁਣ ਹੋਣਗੇ, ਪਰ ਮੇਰੇ ਸਰੀਰ ਅੰਦਰ ਇੰਨੇ ਔਗਣ ਨੇ ਕਿ ਮੇਰੇ ਸਰੀਰ ਦੇ ਅੰਦਰ ਇਹ ਦੋਸ਼ ਸਮਾਉਂਦੇ ਨਹੀਂ ਪਏ। ਹਜ਼ੂਰ ਕਹਿਣ ਲੱਗੇ ਕਿ ਮੈਂ ਕਿਹੜਾ ਮੂੰਹ ਲੈ ਕੇ ਤੇਰੇ ਚਰਨਾਂ ਦੇ ਵਿੱਚ ਜਾਵਾਂ ਤੇ ਜਾ ਕੇ ਕਹਾਂ ਕਿ ਮੇਰੇ ਕੋਲ ਇਹ ਗੁਣ ਨੇ ਜਿਹੜੇ ਤੇਰੇ ਚਰਨਾਂ ਦੇ ਨਾਲ ਜੁੜੇ ਨੇ। ਮੇਰੇ ਮਾਲਕਾ, ਇੱਕ ਤੋਂ ਇੱਕ ਦਾ ਜੀਵਨ ਉੱਚਾ ਹੈ। ਪੁੱਛਿਆ ਮਹਾਰਾਜ, ਇਹ ਕੁਚੱਜੀ ਅਤੇ ਦੋਸ਼ ਕਿਹੜੇ ਹਨ ਜਿਹੜੇ ਤੁਹਾਡੇ ਅੰਦਰ ਸਮਾਉਂਦੇ ਨਹੀਂ? ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਆਖਿਆ ਕਿ ਜੋ ਕੁਝ ਤੈਨੂੰ ਮਾਲਕ ਨੇ ਦਿੱਤਾ ਹੈ, ਚਾਹੇ ਪੁੱਤਰ ਨੇ, ਚਾਹੇ ਦੌਲਤ ਹੈ, ਇਸ ਦਾ ਮਕਸਦ ਕੀ ਹੈ? ਕਦੀ ਸੋਚੀ ਤਾਂ ਸਹੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਵੇਂ ਇੱਕ ਪਤੀ ਘਰ ਦੇ ਅੰਦਰ ਇਸਤਰੀ ਲਈ ਸੋਨੇ ਦੇ ਗਹਿਣੇ ਬਣਾਉਂਦਾ ਹੈ, ਚਾਂਦੀ ਦੇ ਗਹਿਣੇ ਲੈ ਕੇ ਆਉਂਦਾ ਹੈ, ਪਰਿਵਾਰ ਦੇ ਲਈ ਸੋਹਣਾ ਘਰ ਬਣਾਉਂਦਾ ਹੈ, ਤਾਂ ਇਸ ਦਾ ਮਕਸਦ ਇਹ ਹੈ ਕਿ ਉਹਨਾਂ ਦੀ ਦੁਨਿਆਵੀ ਕੋਈ ਵੀ ਲੋੜ ਜਿਹੜੀ ਹੈ ਅਧੂਰੀ ਨਾ ਰਵੇ। ਪਰ ਸਾਹਿਬ ਕਹਿੰਦੇ ਨੇ ਜੇ ਕੋਈ ਇਸਤਰੀ ਸੋਨਾ ਲੈ ਕੇ ਉਸ ਸੋਨਾ ਦੇਣ ਵਾਲੇ ਨੂੰ ਭੁੱਲ ਜਾਵੇ, ਫਿਰ ਉਸ ਨੂੰ ਕੁਚੱਜੀ ਨਹੀਂ ਕਹਾਂਗੇ ਤੇ ਹੋਰ ਕੀ ਕਵਾਂਗੇ? ਪੁਰਾਤਨ ਸਿੱਖਾਂ ਨੇ ਜਦੋਂ ਪ੍ਰਚਾਰ ਕਰਨ ਜਾਣਾ, ਉਹਨਾਂ ਨੇ ਗੁਰਮਤਿ ਦਾ ਸਿਧਾਂਤ ਦ੍ਰਿੜ ਕਰਵਾਉਣਾ। ਉੱਥੇ ਯਤਨ ਕਰਨਾ ਕਿ ਉੱਥੋਂ ਦੀ ਸ਼ਬਦਾਵਲੀ
ਉਥੋਂ ਦੀਆਂ ਕਥਾ ਕਹਾਣੀਆਂ ਨੂੰ ਆਧਾਰ ਬਣਾ ਕੇ ਤੇ ਪ੍ਰਚਾਰ ਕਰਨਾ, ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਸੀ। ਜਿੱਥੇ ਵੀ ਗਏ ਉਥੋਂ ਦੀ ਭਾਸ਼ਾ ਵਰਤ ਕੇ ਤੇ ਦੁਨੀਆ ਨੂੰ ਉਤਾਰਿਆ ਸੀ। ਲਖਨਊ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪਿਆਰਾ ਸਿੱਖ ਹੋਇਆ ਹੈ। ਉਸ ਦਾ ਨਾਮ ਹੈ ਭਾਈ ਗੁਰਦਾਸ ਜੀ ਨੇ। ਉਸ ਦਾ ਨਾਮ ਭਾਈ ਗੁਰਦਾਸ ਜੀ ਨੇ ਭਾਈ ਚੂੜ ਲਿਖਿਆ ਹੈ। ਭਾਈ ਚੂੜ ਨਾਮ ਦੇ ਵਿੱਚ ਰੰਗਿਆ ਹੋਇਆ ਸਿੱਖ ਸੀ। ਇਸ ਨੇ ਗੁਰੂ ਜੀ ਦੀ ਬਾਣੀ ਦਾ ਪ੍ਰਚਾਰ ਕਰਨਾ ਅਤੇ ਉਸ ਦੇ ਨਾਲ ਕਵਿਤਾ ਵੀ ਰਚਨੀ। ਉਹਨਾਂ ਦੇ ਜੀਵਨ ਨੂੰ ਪੜ੍ਹਦਿਆਂ ਇੱਕ ਘਟਨਾ ਚੇਤੇ ਆਈ। ਭਾਈ ਚੂੜ ਸੰਗਤ ਨੂੰ ਉਪਦੇਸ਼ ਦੇਣ ਲੱਗੇ ਤੇ ਕਹਿਣ ਲੱਗੇ ਕਿ ਧਰਮ ਨੂੰ ਕਮਾਉਣ ਵਾਲਾ ਬਾਦਸ਼ਾਹ ਹੈ। ਧਰਮ ਨੂੰ ਕਮਾਉਣ ਵਾਲਾ ਬਾਦਸ਼ਾਹ ਹੈ। ਪਰਮੇਸ਼ਰ ਨੇ ਉਸ ਬਾਦਸ਼ਾਹ ਨੂੰ ਰਾਜ ਭਾਗ ਵੀ ਦਿੱਤਾ ਹੈ। ਪ੍ਰਜਾ ਨੂੰ ਉਹ ਇਸ ਤਰ੍ਹਾਂ ਸੰਭਾਲਦਾ ਹੈ ਜਿਵੇਂ ਕੋਈ ਆਪਣੀ ਔਲਾਦ ਦੀ ਸੰਭਾਲ ਕਰਦਾ ਹੈ। ਰਾਣੀ ਵੀ ਧਰਮ ਅਤੇ ਭੈ ਦੇ ਵਿੱਚ ਰਹਿਣ ਵਾਲੀ ਹੈ। ਦੁਨੀਆ ਦੇ ਸੁੱਖ ਵੀ ਨੇ, ਪਰ ਉਸ ਦੇ ਘਰ ਸੰਤਾਨ ਕੋਈ ਨਹੀਂ, ਪੁੱਤਰ ਕੋਈ ਨਹੀਂ। ਇੱਕ ਦਿਨ ਰਾਣੀ ਨੇ ਰਾਜੇ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿਣ ਲੱਗੀ, ਰਾਜਨ, ਮਾਲਕ ਨੇ ਕਿਹੜੀ ਚੀਜ਼ ਜਿਹੜੀ ਸਾਨੂੰ ਨਹੀਂ ਦਿੱਤੀ? ਰਾਜ ਭਾਗ ਵੀ ਸਾਨੂੰ ਦਿੱਤਾ ਹੈ, ਪਦਾਰਥ ਦਿੱਤੇ ਨੇ, ਪ੍ਰਜਾ ਬੜੀ ਆਗਿਆਕਾਰੀ ਹੈ, ਸਾਰੇ ਸਾਡੀ ਗੱਲ ਮੰਨਦੇ ਨੇ, ਪਰ ਇੱਕ ਅੰਦਰ ਨੂੰ ਧੂ ਪੈਂਦੀ ਹੈ ਕਿ ਜੇ ਮੇਰੇ ਮਾਲਕਾ, ਜੇ ਤੂੰ ਸਾਨੂੰ ਪੁੱਤਰ ਜਾਂ ਧੀ ਦੇ ਦੇਵੇਂ ਤਾਂ ਸਾਡਾ ਘਰ ਜਿਹੜਾ ਵਸ ਜਾਵੇਗਾ, ਸਾਡੀ ਬੰਸ ਨੂੰ ਚਲਾਉਣ ਵਾਲਾ ਅੱਗੇ ਕੋਈ ਹੋਵੇਗਾ। ਰਾਜੇ ਨੇ ਸੁਣਿਆ, ਪਰ ਰਾਜਾ ਖਾਮੋਸ਼ ਰਿਹਾ, ਚੁੱਪ ਰਿਹਾ। ਕਹਿੰਦੇ ਨੇ ਅਚਨਚੇਤ ਉਸ ਰਾਣੀ ਨੇ ਦੁਬਾਰਾ ਫਿਰ ਗੱਲ ਕੀਤੀ। ਕਹਿਣ ਲੱਗੀ, ਜੇ ਮੇਰੀ ਕੁੱਖ ਤੋਂ ਤੇਰੇ ਘਰ ਨੂੰ ਭਾਗ ਨਹੀਂ ਲੱਗਾ ਤਾਂ ਤੂੰ ਆਪਣਾ ਦੂਸਰਾ ਵਿਆਹ ਕਰਵਾ ਲੈ। ਹੋ ਸਕਦਾ ਮਾਲਕ ਤੇਰੇ ਘਰ ਨੂੰ ਭਾਗ ਲਾ ਦੇਵੇ, ਤੇਰੇ ਘਰੇ ਪੁੱਤਰ ਦੇ ਦੇਵੇ। ਤੇਰੇ ਘਰ ਦੇ ਵਿੱਚ ਸੰਤਾਨ ਨੂੰ ਦੇਖ ਕੇ ਮੇਰੇ ਹਿਰਦੇ ਵਿੱਚ ਠੰਡ ਪੈ ਜਾਵੇਗੀ। ਪਹਿਲਾਂ ਤਾਂ ਰਾਜਾ ਮੰਨਿਆ ਨਹੀਂ, ਪਰ ਜਦੋਂ ਰਾਣੀ ਨੇ ਜ਼ੋਰ ਪਾਇਆ ਤਾਂ ਆਪਣੇ ਹੱਥੀਂ ਰਾਜੇ ਦੀ ਦੂਸਰੀ ਜਿਹੜੀ ਸ਼ਾਦੀ ਕਰਵਾ ਦਿੱਤੀ। ਜਦੋਂ ਛੋਟੀ ਰਾਣੀ ਆਈ ਤਾਂ ਆਉਂਦਿਆਂ ਸਾਰ ਕਹਿਣ ਲੱਗੀ ਕਿ ਮੈਂ ਅੱਜ ਤੋਂ ਬਾਅਦ ਤੇਰੇ ਮਹਿਲ ਦੇ ਵਿੱਚ ਰਹਿਣਾ ਹੈ, ਪਰ ਜੇ ਤੂੰ ਮੈਨੂੰ ਰੱਖਣਾ ਚਾਹੁੰਦਾ ਹੈ ਤਾਂ ਜਿਹੜੀ ਵੱਡੀ ਰਾਣੀ ਹੈ ਇਸ ਨੂੰ ਸ਼ਹਿਰ ਦੇ ਵਿੱਚੋਂ ਬਾਹਰ ਕੱਢਣਾ ਪਵੇਗਾ। ਅੱਜ ਤੋਂ ਬਾਅਦ ਉਸ ਨੂੰ ਸ਼ਹਿਰ ਦੇ ਵਿੱਚ ਰਹਿਣ ਦਾ ਕੋਈ ਵੀ ਹੱਕ ਨਹੀਂ ਹੈ। ਰਾਜੇ ਨੇ ਜਦੋਂ ਇਹ ਸੁਣਿਆ, ਉਸ ਨੂੰ ਖੇਦ ਲੱਗਾ, ਗੁੱਸਾ ਲੱਗਾ। ਉਸਨੇ ਜਦੋਂ ਵੱਡੀ ਰਾਣੀ ਨੂੰ ਇਹ ਗੱਲ ਕਹੀ ਨਾ, ਉਸਨੇ ਅੱਖਾਂ ਭਰ ਕੇ ਆਖਿਆ, ਸੁਆਮੀ, ਮੈਨੂੰ ਮਹਿਲ ਨਹੀਂ ਚਾਹੀਦਾ, ਮੈਨੂੰ ਤੇਰੇ ਧਨ ਪਦਾਰਥ ਨਹੀਂ ਚਾਹੀਦੇ। ਇੱਕ ਕਿਰਪਾ ਕਰੀ ਕਿ ਮੈਨੂੰ ਸ਼ਹਿਰ ਤੋਂ ਬਾਹਰ ਇੱਕ ਝੁੱਗੀ ਪਵਾ ਦੇ, ਕੱਖਾਂ ਦੀ ਕੁੱਲੀ ਪਵਾ ਦੇ। ਮੈਂ ਸ਼ਹਿਰ ਤੋਂ ਬਾਹਰ ਤੇਰੇ ਦਰਸ਼ਨਾਂ ਤੋਂ ਬਿਨਾਂ ਸਮਾਂ ਕੱਟ ਲਵਾਂਗੀ। ਬਸ ਮੈਨੂੰ ਤੇਰੇ ਘਰ ਦੀ ਖੁਸ਼ੀ ਚਾਹੀਦੀ ਹੈ। ਜਿਹੜੇ ਬਸਤਰ ਤੂੰ ਰੋਜ਼ ਉਤਾਰੇਗਾ, ਨੌਕਰ ਦੇ ਰਾਹੀਂ ਉਹ ਜਿਹੜੇ ਬਸਤਰ ਨੇ ਮੇਰੇ ਕੋਲ ਪਹੁੰਚਾਈ ਜਾਵੀਂ। ਘੱਟੋ ਘੱਟ ਤੇਰੇ ਬਸਤਰ ਧੋਣ ਦੀ ਸੇਵਾ ਤਾਂ ਮੈਂ ਕਰ ਲਵਾਂਗੀ। ਰਾਜਾ ਮੰਨ ਗਿਆ। ਉਸਨੇ ਸ਼ਹਿਰ ਤੋਂ ਬਾਹਰ ਇੱਕ ਝੁੱਗੀ ਪਵਾ ਦਿੱਤੀ। ਰਾਣੀ ਸੁੱਖ ਦੇ ਨਾਲ ਉਸ ਦੇ ਵਿੱਚ ਰਹਿਣ ਲੱਗੀ। ਰੋਜ਼ਾਨਾ ਹੀ ਰਾਜੇ ਦੀ ਪੋਸ਼ਾਕ ਆਉਣੀ, ਉਸ ਨੂੰ ਆਪਣੇ ਹੱਥਾਂ ਦੇ ਨਾਲ ਧੋਣਾ, ਧੋਣ ਤੋਂ ਬਾਅਦ ਉਸ ਪੋਸ਼ਾਕ ਨੂੰ ਸੁੱਕਣੇ ਪਾਉਣਾ। ਉਨੀ ਦੇਰ ਤੱਕ ਰਾਜੇ ਦੀ ਪੋਸ਼ਾਕ ਕੋਲ ਹੀ ਖਲੋਤੀ ਰਹਿਣਾ ਜਿੰਨਾ ਚਿਰ ਉਹ ਜਿਹੜੀ ਪੋਸ਼ਾਕ ਸੀ ਸੁੱਕ ਨਾ ਜਾਵੇ। ਆਖਿਰ ਛੋਟੀ ਨੂੰ ਪਤਾ ਲੱਗਾ ਕਿ ਅਜੇ ਵੀ ਉਸਦੇ ਕੋਲ ਖੇੜਾ ਹੈ, ਅਜੇ ਵੀ ਵੱਡੀ ਰਾਣੀ ਜਿਹੜੀ ਝੁੱਗੀ ਦੇ ਵਿੱਚ ਰਹਿ ਕੇ ਵੀ ਖੁਸ਼ ਹੈ। ਫਿਰ ਉਹ ਗੋਲੀ ਨੂੰ ਪੁੱਛਦੀ ਹੈ ਕਿ ਉਸ ਦੀ ਪ੍ਰਸੰਨਤਾ ਦਾ ਰਾਜ ਕੀ ਹੈ।
उस गोली ने आख्या कि उस राणी दे कोल कीमती एक 9 ਲੱਖਾ हार है। जिनी देर तक उसदे कोल हार है उन्नी देर तक वो झुग्गी दे विच रह के भी परेशानी है। पर इस गोली नूं की पता सी कि गल 9 ਲੱਖੇ हार दी नहीं, उसदे अंदर साईं दी प्रीत दी है। साईं खो लिया पर अंदर दी प्रीत तां नहीं खो सकेगी। उस छोटी राणी ने गोली दे राही सुनेहा भेजिया कि किसी भी कीमत ते मैनू वो जिहड़ा 9 ਲੱਖਾ हार है ना वो मिल जाना चाहिए है। वो हार मैनू चाहिए है। जे ये हार मैनू मिल जावे तां तू जो भी कीमत मंगेगी मैं तेनू दे देवांगी। जदों वड्डी राणी कोल एक खबर पहुँच गई, उसने देखा कि उसका अंदर लालच दे नाल भरिया पिया है। उसने एको गल आखी कि मैं 9 ਲੱਖੇ हार दे जिहड़ा 9 ਲੱਖਾ हार है उसका मैं की करना है, मैं वो 9 ਲੱਖਾ हार दे देवांगी। पर इस दे बदले छोटी राणी नूं पुछ लई कि मैनू दिन दे विच एक बार अपने साईं दे चरणां दी सेवा करन दा मौका दे देवे। छोटी राणी ने 9 ਲੱਖਾ हार खरीद लिया केवल अपने साईं दे दर्शन वेच के, वो भी दिन दे विच एक बारी। कई महीनियां बाद जदों वड्डी राणी ने महल दे विच प्रवेश कीता ना, उसने साईं दे चरणां दे विच झुक के ते मत्था टेकिया। नाल ही अखां विचों नीर दी झड़ी लग गई। कहन लगी मेरे मालका अज मेरा रोम रोम तेरे शुक्र दे विच जुड़ गया है। अगों राजा मुस्कुरा के कहंदा है कि मेरा शुक्र नहीं, शुक्र तां छोटी राणी दा कर जिसने तैनूं दर्शनां दी इजाजत दित्ती है। वड्डी राणी कहन लगी कि मैं तां तेरा शुक्र करांगी जिसने किरपा करके ते दर्शन दिते ने, उसका अज तो बाद शुक्र नहीं जिहड़ी एक 9 ਲੱਖੇ हार की खातर अपनी पत्नी अपने पति के दर्शनां नूं वेचदी पई है, उसका काहदा शुक्र। जदों राजे नूं पता लगा ना कि वह तां केवल पदार्थां तक ही सीमित है, तां कहण लगा अज तो बाद छोटी राणी महल तो बाहर होवेगी, उसनूं उसका हार मुबारक ते तैनूं तेरे पति का प्यार मुबारक। जदों छोटी राणी महल दे विचों निकली तां 9 ਲੱਖੇ हार नूं हत्थ दे नाल तोड़िया ते डिगे मोतियां नूं पैरां नाल मसलदी जावे। कहण लगी कि यह हार की खातर मैं अपना पति गवा दिता है।